ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਸਭ ਜੀਅ ਤੇਰੇ ਤੂੰ ਵਰਤਦਾ, ਮੇਰੇ ਹਰਿ ਪ੍ਰਭ ਤੂੰ ਜਾਣਾਏ ਸੋ ਜੋ ਜੀਅ ਕਮਾਈਐ ਰਾਮ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੁੜੀਏ। ਸਭ ਵੇਖੈ ਮਨ ਮੁਕਰਾਈਐ ਰਾਮ। ਸਭ ਜੀਅ ਤੇਰੇ ਤੂੰ ਵਰਤਦਾ, ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਅ ਕਮਾਈਐ ਰਾਮ। ਹਰ ਅੰਤਰ ਬਾਹਰ ਨਾਲ ਹੈ ਮੇਰੇ ਜਿੰਦੁੜੀਏ। ਸਭ ਵੇਖੈ ਮਨ ਮੁਕਰਾਈਐ ਰਾਮ। ਮਨ ਮੁਖਾਨੋ ਹਰ ਦੂਰ ਹੈ ਮੇਰੇ ਜਿੰਦੁੜੀਏ। ਸਭ ਬਿਰਥੀ ਘਾਲ ਗਵਾਈਐ ਰਾਮ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੁੜੀਏ। ਹਰ ਹਾਜ਼ਰ ਨਦਰੀ ਆਈਐ ਰਾਮ। ਮਨ ਮੁਖਾਨੋ ਹਰ ਦੂਰ ਹੈ ਮੇਰੀ ਜਿੰਦੁੜੀਏ। ਸਭ ਬਿਰਥੀ ਘਾਲ ਗਵਾਈਐ ਰਾਮ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੁੜੀਏ। ਹਰ ਹਾਜ਼ਰ ਨਦਰੀ ਆਈਐ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੁਭਾਏਮਾਨ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸੱਚਖੰਡ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਵਿੱਚ ਜੋ ਅੰਮ੍ਰਿਤ ਵੇਲੇ ਪਾਵਨ ਹੁਕਮ ਦੀ ਦਾਤ ਬਿਹਾਗੜਾ ਰਾਗ ਦੇ ਵਿੱਚ ਬਖਸ਼ੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਅਸਥਾਨ 'ਤੇ ਜੋ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਰੋਜ਼ਾਨਾ ਹੀ ਪਾਵਨ ਹੁਕਮ ਔਰ ਲੜੀਵਾਰ ਬਾਣੀ ਦੀ ਵਿਚਾਰ, ਜਿਹਦੇ ਨਾਲ ਆਪ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਜੁੜਦੇ ਹੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਜ ਦੇ ਇਹ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਸਰਵਨ ਕੀਤੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 541 ਦੇ ਉੱਪਰ ਸੁਭਾਏਮਾਨ ਹੈ। ਗੁਰੂ ਰਾਮਦਾਸ ਮਹਾਰਾਜ ਜੀ ਅੱਜ ਦੇ ਇਸ ਹੁਕਮ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ,
ਆਓ ਬੜੇ ਪਿਆਰ ਸਤਿਕਾਰ ਦੇ ਨਾਲ ਮਨ ਬਿਰਤੀਆਂ ਨੂੰ ਇੱਕ ਕਰਕੇ ਨਿਮਾਣੇ ਜੇ ਹੋ ਕੇ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਬਿਹਾਗੜਾ ਰਾਗ ਔਰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸਭ ਜੀਅ ਤੇਰੇ ਤੂੰ ਵਰਤਦਾ, ਮੇਰੇ ਹਰਿ ਪ੍ਰਭ ਤੂੰ ਜਾਣਾ ਹੈ, ਜੋ ਜੀਅ ਕਮਾਈਆ ਰਾਮ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਪਰਮੇਸ਼ਵਰ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਕਰਦਿਆਂ ਹੋਇਆਂ, ਜਿਨੇ ਇਸ ਕੁਦਰਤ ਨੂੰ ਸਾਜਿਆ ਹੈ, ਸਭ ਤੋਂ ਪਹਿਲੇ ਤੇ ਸਾਨੂੰ ਕਾਦਰ ਨੂੰ ਸਮਝਣਾ ਹੈ, ਨਿਰੰਕਾਰ ਨੂੰ ਸਮਝਣਾ ਹੈ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਐਸੇ ਪ੍ਰਾਣੀ ਨੇ ਜੋ ਕੁਦਰਤ ਨੂੰ ਤਾਂ ਸਮਝਣ ਨੂੰ ਤਿਆਰ ਨੇ ਪਰ ਕਾਦਰ ਨੂੰ ਨਹੀਂ, ਜੋ ਸੰਸਾਰ ਨੂੰ ਮੰਨਦੇ ਨੇ ਪਰ ਨਿਰੰਕਾਰ ਨੂੰ ਨਹੀਂ, ਔਰ ਕਈ ਐਸੇ ਵੀ ਨੇ ਜੋ ਸਰੀਰ ਨੂੰ ਮੰਨਦੇ ਨੇ ਪਰ ਜੀਵ ਆਤਮਾ ਨੂੰ ਨਹੀਂ। ਜਦੋਂ ਸਾਨੂੰ ਕੁਦਰਤ ਵਿੱਚ ਕਾਦਰ ਦੀ ਸਮਝ ਆਏਗੀ, ਜਦੋਂ ਸਾਨੂੰ ਸੰਸਾਰ ਵਿੱਚ ਨਿਰੰਕਾਰ ਦੀ ਸਮਝ ਆਏਗੀ, ਫਿਰ ਅਸੀਂ ਹਰ ਪਲ ਹਰ ਸਵਾਸ ਨਿਰੰਕਾਰ ਵਾਹਿਗੁਰੂ ਜੀ ਦੇ ਨਾਲ ਜੁੜ ਸਕਦੇ ਹਾਂ, ਔਰ ਹਰ ਥਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦੇ ਹਾਂ। ਕੁਦਰਤ ਦਿਖਾਈ ਦੇ ਰਹੀ ਹੈ ਪਰ ਕਾਦਰ ਦਿਖਾਈ ਨਹੀਂ ਦੇ ਰਿਹਾ, ਸੰਸਾਰ ਦਿਖਾਈ ਦੇ ਰਿਹਾ ਹੈ ਪਰ ਨਿਰੰਕਾਰ ਦਿਖਾਈ ਨਹੀਂ ਦੇ ਰਿਹਾ। ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਕਿਉਂ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਧਿਨ। ਉਹਦਾ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਨਹੀਂ ਹੈ। ਜਿਵੇਂ ਫੁੱਲ ਦਿਖਾਈ ਦਿੰਦਾ ਹੈ ਪਰ ਫੁੱਲਾਂ ਦੀ ਖੁਸ਼ਬੂ ਦਿਖਾਈ ਨਹੀਂ ਦਿੰਦੀ, ਹਵਾ ਹੈ, ਗਰਮ ਹੈ, ਸਰਦ ਹੈ, ਮਹਿਸੂਸ ਕਰਕੇ ਅਸੀਂ ਕਹਿੰਦੇ ਹਾਂ ਵੀ ਹਵਾ ਹੈ ਪਰ ਉਹ ਦਿਖਾਈ ਨਹੀਂ ਦਿੰਦੀ। ਫੁੱਲ ਹੈ ਪਰ ਫੁੱਲਾਂ ਦੀ ਖੁਸ਼ਬੂ ਦਿਖਾਈ ਨਹੀਂ ਦਿੰਦੀ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੁਦਰਤ ਵਿੱਚ ਕਾਦਰ ਨੂੰ ਮਹਿਸੂਸ ਕਰਨਾ ਹੈ ਕਿ ਉਹ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਭ ਜੀ ਤੇਰੇ ਤੂੰ ਵਰਤਦਾ। ਇਹ ਸਾਰੇ ਜੀ ਤੇਰੇ ਨੇ, ਜਿੰਨੇ ਵੀ ਜੀਵ ਜੰਤ ਨੇ ਇਹ ਸਾਰੇ ਦੇ ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਨੇ, ਔਰ ਸਭਨਾਂ ਦੇ ਵਿੱਚ ਤੂੰ ਆਪ ਵਰਤ ਰਿਹਾ ਹੈ। ਮੇਰੇ ਹਰਿ ਪ੍ਰਭ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮੇਰੇ ਹਰੀ, ਹੇ ਮੇਰੇ ਪ੍ਰਭੂ, ਹੇ ਮੇਰੇ ਮਾਲਕ ਜੀ, ਇਹ ਸਾਰੇ ਜੀ ਤੇਰੇ ਨੇ ਔਰ ਤੂੰ ਸਭਨਾਂ ਦੇ ਵਿੱਚ ਵਰਤ ਰਿਹਾ ਹੈ, ਔਰ ਜੋ ਜੀ ਕਮਾ ਰਹੇ ਨੇ ਉਹਨਾਂ ਸਾਰਿਆਂ ਦੀ ਖਬਰ ਤੂੰ ਰੱਖਦਾ ਹੈ, ਉਹਨਾਂ ਸਾਰਿਆਂ ਨੂੰ ਤੂੰ ਜਾਣਨ ਵਾਲਾ ਹੈ। ਕੁਛ ਵੀ ਤੇਰੇ ਤੋਂ ਛੁਪਿਆ ਨਹੀਂ ਹੋਇਆ, ਕਿਉਂਕਿ ਉਹ ਸਭਨਾਂ ਦੇ ਵਿੱਚ ਵਰਤ ਰਿਹਾ। ਤੇ ਜੋ ਜੀ ਕਮਾ ਰਹੇ ਨੇ ਉਹਨਾਂ ਸਾਰਿਆਂ ਬਾਰੇ ਅਕਾਲ ਪੁਰਖ ਵਾਹਿਗੁਰੂ ਹੇ ਮੇਰੇ ਹਰੀ ਪ੍ਰਭੂ ਜੀ ਤੁਸੀਂ ਜਾਣਦੇ ਹੋ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੁੜੀਏ, ਸਭ ਵੇਖੈ ਮਨ ਮੁਕਰਾਈਆ ਰਾਮ। ਅੰਤਰ ਔਰ ਬਾਹਰ, ਹੁਣ ਜਿਹਨੂੰ ਕਾਦਰ ਦੀ ਸਮਝ ਆ ਗਈ, ਜਿਹਨੂੰ ਨਿਰੰਕਾਰ ਦੀ ਸਮਝ ਆ ਗਈ, ਉਹਨਾਂ ਨੇ ਆਖਿਆ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ। ਇਸ ਘਰ ਦੇ ਅੰਦਰ ਵੀ ਤੇ ਇਸ ਘਰ ਦੇ ਬਾਹਰ ਵੀ ਤੂੰ ਹੀ ਹੈ,
ਤੇਰਾ ਹੀ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਸਰਾ ਹੈ। ਪਰ ਹੁਣ ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਈ, ਉਹ ਮਨ ਕਰਕੇ ਜਿਹੜੇ ਕਰਮ ਕਰਦੇ ਆ ਤੇ ਕਰਕੇ ਮੁੜ ਕੇ ਮੁਕਰ ਜਾਂਦੇ ਆ ਕਿ ਅਸੀਂ ਆਹ ਕਰਮ ਜਿਹੜਾ ਹੈ ਉਹ ਨਹੀਂ ਕੀਤਾ ਹੈ। ਠੀਕ ਹੈ, ਦੁਨੀਆ ਅੱਗੇ ਮੁਕਰ ਜਾਵਾਂਗੇ, ਦੁਨੀਆ ਅੱਗੇ ਅਸੀਂ ਕਰਮ ਕਰਕੇ ਮੁਕਰ ਜਾਵਾਂਗੇ ਤੇ ਆਪਣਾ ਪਾਸਾ ਵੱਟ ਜਾਵਾਂਗੇ ਜਾਂ ਆਪਣਾ ਪੱਲਾ ਛੁਡਾ ਲਾਂਗੇ। ਪਰ ਜਦੋਂ ਉਸ ਕਰਤੇ ਦੇ ਸਾਹਮਣੇ ਸਾਡਾ ਲੇਖਾ ਹੋਣਾ ਨਾ, ਤੇ ਉੱਥੇ ਫਿਰ ਕੁਝ ਲੁਕਿਆ ਤੇ ਛੁਪਿਆ ਨਹੀਂ ਜਾਣਾ, ਉੱਥੇ ਮੁਕਰਿਆ ਵੀ ਨਹੀਂ ਜਾਣਾ। ਕਿਉਂ ਨਹੀਂ ਮੁਕਰਿਆ ਜਾਣਾ? ਕਿਉਂਕਿ ਉਹ ਸਭਨਾਂ ਵਿੱਚ ਵਰਤ ਰਿਹਾ ਹੈ, ਔਰ ਸਭਨਾਂ ਵਿੱਚ ਵਰਤਣ ਵਾਲਾ ਹਰ ਇੱਕ ਦੇ ਅੰਦਰ ਦੀ ਖਬਰ ਰੱਖਦਾ ਹੈ। ਜਦੋਂ ਅਸੀਂ ਨਿਤ ਦੇ ਨੇਮ ਵਿੱਚ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਹਾਂ ਤੇ ਰੋਜ਼ਾਨਾ ਗੁਰੂ ਕੇ ਪਿਆਰੇ ਪਾਠ ਕਰਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਭਲਿਆਂ ਦੀ ਵੀ ਜਾਣਦਾ ਹੈ ਤੇ ਬੁਰਿਆਂ ਦੀ ਵੀ ਜਾਣਦਾ ਹੈ। ਹੁਣ ਬਾਹਰੋਂ ਪਹਿਰਾਵਾ ਵੇਖ ਕੇ, ਬਾਹਰੋਂ ਸ਼ਕਲ ਸੂਰਤ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਇਹਨੇ ਆਹ ਕਰਮ ਕੀਤਾ ਹੋਏਗਾ। ਪਰ ਜਿਹੜਾ ਸਭਨਾਂ ਵਿੱਚ ਵਰਤ ਰਿਹਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਦੇ ਅੰਦਰ ਦੀ ਸਾਰ ਲੈਣ ਵਾਲਾ, ਹਰ ਇੱਕ ਦੇ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਹੈ। ਸਭਨਾਂ ਵਿੱਚ ਤੂੰ ਵਰਤਦਾ ਮੇਰੇ ਸ਼ਾਹ, ਹੇ ਮੇਰੇ ਸ਼ਾਹ ਤੂੰ ਸਭਨਾਂ ਵਿੱਚ ਵਰਤ ਰਿਹਾ ਹੈ। ਹਾਂ, ਦੁਨੀਆ ਅੱਗੇ ਅਸੀਂ ਮੁਕਰ ਜਾਾਂਗੇ, ਪਰ ਤੇਰੇ ਅੱਗੇ ਨਹੀਂ ਮੁਕਰਿਆ ਜਾ ਸਕਦਾ। ਜਾਂ ਅੰਮ੍ਰਿਤ ਬਾਣੀ ਵਿੱਚ ਬਚਨ ਆਉਂਦੇ ਆ, ਮਹਾਰਾਜ ਜੀ ਕਹਿੰਦੇ ਨੇ, ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂ ਤੇ ਨੇਰਿਆ। ਉਹ ਇੰਨੀ ਕੁ ਨੇੜੇ ਹੈ ਕਿ ਜੇ ਤੂੰ ਲੁਕ ਛੁਪ ਕੇ ਵੀ ਕੋਈ ਕੁਕਰਮ ਕਰ ਲਵੇਂਗਾ, ਦੁਨੀਆ ਦੇ ਵਿੱਚ ਸਮਾਜ ਵਿੱਚ ਉਹਨਾਂ ਤੋਂ ਲੁਕਾ ਛੁਪਾ ਕੇ ਵੀ ਕੋਈ ਕਰਮ ਕਰ ਲੇਗਾ, ਪਰ ਦੁਨੀਆ ਹੋ ਸਕਦਾ ਵੀ ਤੇਰੇ ਕਰਮ ਨੂੰ ਨਾ ਵੇਖੇ, ਪਰ ਉਹ ਜਿਹੜਾ ਸਭਨਾਂ ਵਿੱਚ ਵਰਤਦਾ ਹੈ ਉਹ ਤੇਰੇ ਮਨ ਦੀ ਹਾਲਤ ਨੂੰ ਜਾਣਦਾ ਹੈ। ਇਸ ਲਈ ਉੱਥੇ ਮੁਕਰਿਆ ਨਹੀਂ ਜਾ ਸਕਦਾ। ਪਰ ਜਿਨ੍ਹਾਂ ਨੂੰ ਕਾਦਰ ਦੀ, ਨਿਰੰਕਾਰ ਦੀ ਸਮਝ ਨਹੀਂ, ਉਹ ਮੁਕਰ ਜਾਂਦੇ ਆ। ਪਰ ਅਸੀਂ ਮੁਕਰ ਜਾਾਂਗੇ, ਪਰ ਜੋ ਸਾਡੇ ਅੰਦਰ ਹੈ ਉਹ ਮਾਲਕ ਸਭ ਕੁਝ ਜਾਣਦਾ ਹੈ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਹਰ ਅੰਤਰ ਬਾਹਰ, ਇਹ ਮੇਰੇ ਮਾਲਕ ਜੀਓ ਤੂੰ ਅੰਦਰ ਔਰ ਬਾਹਰ ਸਭਨਾਂ ਦੇ ਵਿੱਚ ਵਰਤ ਰਿਹਾ ਹੈ। ਹੁਣ ਇੱਥੇ ਕਿਹਨੂੰ ਸਮਝਾਇਆ? ਮੇਰੀ ਜਿੰਦੜੀਏ, ਹੇ ਮੇਰੀ ਜਿੰਦੇ, ਉਹ ਜਿਹੜਾ ਸਭਨਾਂ ਵਿੱਚ ਵਰਤਣ ਵਾਲਾ ਹੈ, ਉਹ ਘਰ ਦੇ ਅੰਦਰ ਵੀ ਹੈ ਤੇ ਘਰ ਦੇ ਬਾਹਰ ਵੀ ਹੈ। ਉਹ ਸਭਨਾਂ ਦੇ ਵਿੱਚ ਵਰਤਣ ਵਾਲਾ ਹੈ, ਪਰ ਮਨ ਮੁਕਰਾਈਐ ਰਾਮ, ਮਨ ਮੁਕਰ ਜਾਂਦਾ ਹੈ। ਅਸੀਂ ਫਿਰ ਬੇਨਤੀ ਕਰਾਂ ਕਿ ਅਸੀਂ ਬਾਹਰੀ ਤੌਰ ਤੇ ਮੁਕਰ ਜਾਾਂਗੇ, ਪਰ ਇਹ ਨਹੀਂ ਕਿ ਮੈਂ ਮੁਕਰ ਗਿਆ ਤੇ ਮੇਰੀਆਂ ਗਲਤੀਆਂ ਮਾਫ ਹੋ ਗਈਆਂ, ਜਾਂ ਮੈਂ ਜੋ ਕਰਮ ਕੀਤਾ ਮੇਰਾ ਉਹਦੇ ਤੋਂ ਛੁਟਕਾਰਾ ਹੋ ਜਾਏਗਾ। ਨਹੀਂ, ਹੇ ਮੇਰੀ ਇਹ ਜਿੰਦੇ, ਮਨ ਜਿੰਨਾ ਮਰਜ਼ੀ ਮੁਕਰ ਜਾਏ, ਪਰ ਉਹ ਜਿਹੜਾ ਸਭਨਾਂ ਵਿੱਚ ਵਰਤਣ ਵਾਲਾ ਹੈ ਉਹਦੇ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੈ। ਮਨ ਮੁਖਾ ਨੋ ਹਰ ਦੂਰ ਹੈ ਮੇਰੀ ਜਿੰਦੁੜੀਏ, ਸਭ ਬਿਰਥੀ ਘਾਲ ਗਵਾਈਆ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਹੇ ਮੇਰੀਏ ਜਿੰਦੇ, ਜਾਂ ਅਸੀਂ ਇਸ ਪਾਵਨ ਸ਼ਬਦ ਦੇ ਰਾਹੀਂ ਆਪਣੀ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਆਖਣਾ ਹੈ, ਹੇ ਮੇਰੀਏ ਜਿੰਦੇ। ਹੁਣ ਆਖਣਾ ਕਿਵੇਂ ਹੈ? ਦੋ ਅਵਸਥਾਵਾਂ ਨੇ ਸਾਡੀਆਂ, ਇੱਕ ਚਿੱਤ ਦੀ, ਇੱਕ ਮਨ ਦੀ, ਤੇ ਦੋਵਾਂ ਦੀ ਗੱਲ ਮਹਾਰਾਜ ਨੇ ਕੀਤੀ ਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਚਿੱਤ ਦਾ ਅਰਥ ਹੈ ਜਿਹਨੂੰ ਚੇਤੇ ਹੈ। ਮਨ ਉਹ ਹੈ ਜੋ ਭੁੱਲ ਗਿਆ, ਜੋ ਵਿਸਰ ਗਿਆ। ਕਿਉਂ ਭੁੱਲਿਆ? ਕਿਉਂਕਿ ਇਹਨੂੰ ਮਾਇਆ, ਤ੍ਰੈ ਗੁਣੀ ਮਾਇਆ ਨੇ ਭੁਲਾ ਕੇ ਰੱਖ ਦਿੱਤਾ, ਮਨ ਨੂੰ ਉਲਝਾ ਕੇ ਰੱਖ ਦਿੱਤਾ। ਪਰ ਹੁਣ ਚਿੱਤ ਇਸ ਜਿੰਦ ਨੂੰ ਕਹਿੰਦਾ, ਮੇਰੀਆਂ ਜਿੰਦੇ, ਮਨਮੁਖ ਦੇ ਅਵਸਥਾ ਐਸੀ, ਜਿਹੜਾ ਆਪਣੇ ਮਨ ਮਗਰ ਤੁਰਨ ਵਾਲਾ, ਉਹਦੇ ਲਈ ਤਾਂ ਪਰਮੇਸ਼ਵਰ ਬੜੀ ਦੂਰ ਹੈ।
ਉਹ ਸੋਚਦਾ ਵੀ ਕੋਈ ਵੀ ਮੈਂ ਕਰਮ ਕਰਾਂਗਾ ਤੇ ਮੈਨੂੰ ਕਿਹੜਾ ਰੱਬ ਵੇਖਦਾ। ਮਨਮੁਖ ਦੀ ਅਵਸਥਾ ਐਸੀ ਹੈ ਕਿ ਮਨਮੁਖਾਂ ਨੂੰ ਹਰ ਦੂਰ ਹੈ। ਮੇਰੀ ਜਿੰਦੜੀਏ, ਇਹ ਮੇਰੀਏ ਜਿੰਦੇ, ਮਨਮੁਖ ਤੋਂ ਪਰਮੇਸ਼ਵਰ ਕਈ ਗੁਣਾ ਦੂਰ ਹੁੰਦਾ ਹੈ। ਹਾਲਾਂਕਿ ਇਹ ਧਿਆਨ ਰੱਖਿਓ, ਮਨਮੁਖ ਨੂੰ ਲੱਗਦਾ ਹੈ, ਹਾਲਾਂਕਿ ਉਹ ਦੂਰ ਨਹੀਂ ਹੈ। ਉਹ ਤਾਂ ਹਰ ਇੱਕ ਵਿੱਚ ਵਰਤਣ ਵਾਲਾ। ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਵੈਭੂਤੇ। ਉਹ ਸਦਾ ਅੰਗ ਸੰਗ ਹੈ, ਪਰ ਮਨਮੁਖ ਨੂੰ ਲੱਗਦਾ ਵੀ ਉਹ ਦੂਰ ਹੈ, ਕਿਉਂਕਿ ਮਨ ਦੇ ਅੱਗੇ ਮਾਇਆਵੀ ਪਰਦਾ ਪੈ ਗਿਆ, ਮਨ ਅੱਗੇ ਕੂੜ ਦਾ ਪਰਦਾ ਪੈ ਗਿਆ, ਜਿਸ ਕਰਕੇ ਮਨਮੁਖਾਂ ਨੂੰ ਹਰ ਦੂਰ ਹੈ। ਮੇਰੀ ਜਿੰਦੜੀਏ, ਕਹਿੰਦੇ ਸਭ ਬਿਰਥੀ ਘਾਲ ਗਵਾਈਐ ਰਾਮ। ਹੁਣ ਮਨਮੁਖ ਜਿਹੜੀ ਘਾਲਣਾ ਘਾਲਦਾ ਉਹ ਸਭ ਬੇਅਰਥ ਚਲੀ ਜਾਂਦੀ ਹੈ। ਉਹਦੀ ਘਾਲਣਾ, ਉਹਦੀ ਮਿਹਨਤ, ਉਹਦੀ ਮਸ਼ੱਕਤ ਕਿਸੇ ਕੰਮ ਨਹੀਂ ਆਉਂਦੀ। ਸਾਰੀ ਘਾਲਣਾ ਉਹਦੀ ਬੇਅਰਥ ਚਲੀ ਜਾਂਦੀ ਹੈ। ਜਾਂ ਇਸ ਤਰ੍ਹਾਂ ਵੀ ਆਖਾਂ ਕਿ ਜਿਹੜੇ ਮਨਮੁਖ ਨੇ ਉਹ ਘਾਲਣਾ ਕੀ ਘਾਲਦੇ ਆ? ਉਹ ਧਾਗੇ ਤਵੀਤਾਂ ਦੇ ਵੱਲ ਨੂੰ ਦੌੜਦੇ ਆ, ਉਹ ਮੜੀਆਂ ਮਸਾਣਾਂ ਵੱਲ ਨੂੰ ਦੌੜਦੇ ਆ, ਉਹ ਤੀਰਥਾਂ ਦੇ ਕਿਨਾਰੇ ਵੱਲ ਨੂੰ ਦੌੜਦੇ ਆ, ਉਹ ਰੁੱਖਾਂ ਦੀ ਪੂਜਾ ਵਾਸਤੇ ਦੌੜਦੇ ਆ, ਇਤ ਆਦਿਕ ਵਰਤ ਵਾਲੇ ਪਾਸੇ ਦੌੜਦੇ ਆ ਕਿ ਕਿਵੇਂ ਇਸ ਤਰ੍ਹਾਂ ਬਖਸ਼ਿਸ਼ ਹੋ ਜਾਏ। ਪਰ ਮਹਾਰਾਜ ਕਹਿੰਦੇ ਨਹੀਂ, ਕਿਉਂਕਿ ਮਨਮੁਖ ਦੀ ਜਿਹੜੀ ਸੋਚ ਹੈ ਉਹਦੇ ਤੋਂ ਹਰੀ ਵਾਹਿਗੁਰੂ ਦੂਰ ਹੋ ਗਿਆ। ਉਹਨੂੰ ਜਿਹੜੀ ਵੀ ਘਾਲਣਾ ਘਾਲਦਾ, ਜਿਹੜੇ ਵੀ ਉਹ ਮਸ਼ੱਕਤ ਮਿਹਨਤ ਕਰਦਾ, ਘਾਲ ਗਵਾਈਐ ਰਾਮ, ਉਹਦੀ ਸਾਰੀ ਘਾਲਣਾ ਬੇਅਰਥ ਚਲੀ ਜਾਂਦੀ ਹੈ। ਜਨ ਨਾਨਕ ਗੁਰਮੁਖ ਧਿਆਇਆ, ਮੇਰੀ ਜਿੰਦੁੜੀਏ ਹਰ ਹਾਜ਼ਰ ਨਦਰੇ ਆਈਐ ਰਾਮ। ਪਰ ਜਿਨ੍ਹਾਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਨੇ ਜਨ ਬਣ ਕੇ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਹੈ, ਗੁਰੂ ਸਾਹਿਬ ਜੀ ਦੇ ਰਾਹੀਂ ਜਿਨ੍ਹਾਂ ਨੇ ਮਨ ਨੂੰ ਜਨ ਬਣਾ ਕੇ ਵਾਹਿਗੁਰੂ ਜੀ ਨੂੰ ਧਿਆਇਆ ਹੈ, ਹੇ ਮੇਰੀ ਜਿੰਦੜੀਏ, ਕਹਿਣ ਲੱਗੇ ਉਹਨਾਂ ਉੱਤੇ ਉਸ ਮਾਲਕ ਦੀ ਰਹਿਮਤ ਤੇ ਨਜ਼ਰ ਹੁੰਦੀ ਹੈ। ਤੇ ਜਿਨ੍ਹਾਂ ਉੱਤੇ ਮਾਲਕ ਦੀ ਨਜ਼ਰ ਹੁੰਦੀ ਹੈ ਉਹਨਾਂ ਨੂੰ ਉਹ ਹਰ ਥਾਂ ਹਾਜ਼ਰ ਨਜ਼ਰ ਆਉਂਦਾ ਹੈ। ਉਹ ਹਰ ਥਾਂ, ਭਾਵੇਂ ਪੂਰਬ ਨੂੰ ਮੁਖ ਕਰਨ, ਭਾਵੇਂ ਉੱਤਰ ਦੱਖਣ ਪੱਛਮ ਨੂੰ, ਉਹਨਾਂ ਨੂੰ ਹਰ ਥਾਂ ਤੇ ਉਹ ਹਾਜ਼ਰ ਮਹਿਸੂਸ ਹੁੰਦਾ ਹੈ। ਕਿਹਨਾਂ ਨੂੰ? ਜਿਨ੍ਹਾਂ ਨੇ ਗੁਰੂ ਦੇ ਰਾਹੀਂ ਜਨ ਬਣ ਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ। ਇੱਥੇ ਇੱਕ ਬੇਨਤੀ ਸਮਝਿਓ, ਕਈ ਵਾਰ ਕਿਸੇ ਨੂੰ ਕਹੀਦਾ ਵੀ ਗੁਰਮੁਖ ਬਣ, ਗੁਰੂ ਵਾਲਾ ਬਣ, ਪਰਮੇਸ਼ਵਰ ਦਾ ਨਾਮ ਜਪ, ਤੇ ਉਹ ਕਹਿੰਦਾ ਜੀ ਸਾਡੇ ਤੇ ਹਜੇ ਕਿੱਥੇ ਨਜ਼ਰ ਹੋਈ ਹੈ। ਜਦੋਂ ਨਜ਼ਰ ਹੋਏਗੀ ਤੇ ਗੁਰੂ ਵਾਲੇ ਬਣ ਕੇ ਨਾਮ ਜਪ ਲਾਂਗੇ। ਪਰ ਗੁਰੂ ਰਾਮਦਾਸ ਜੀ ਕਹਿੰਦੇ ਆ ਨਜ਼ਰ ਉਹਦੇ ਤੇ ਹੋਣੀ ਆ ਜਿਹਨੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਨਾਮ ਧਿਆਇਆ ਹੈ। ਹੁਣ ਬੱਚਾ ਸਕੂਲ ਜਾਏਗਾ ਨਹੀਂ ਤੇ ਡਿਗਰੀ ਕਿੱਥੋਂ ਲੈ ਲੇਗਾ? ਘਰ ਬੈਠਿਆਂ ਤੇ ਨਹੀਂ ਨਾ ਡਿਗਰੀ ਮਿਲਣੀ, ਉਹ ਉਦੋਂ ਮਿਲਣੀ ਆ ਜਦੋਂ ਸਕੂਲ ਵਿੱਚ ਜਾ ਕੇ ਪੜ੍ਹਾਈ ਕਰੇਗਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਦਰ ਤੇ ਆ ਕੇ ਗੁਰੂ ਰਾਹੀਂ ਪਰਮੇਸ਼ਵਰ ਦਾ ਨਾਮ ਧਿਆਵਾਂਗੇ ਤਾਂ ਉਹਦੀ ਰਹਿਮਤ ਤੇ ਨਜ਼ਰ ਸਾਡੇ ਤੇ ਹੋਣੀ ਹੈ। ਤੇ ਜਿਸ ਦਿਨ ਉਸ ਮਾਲਕ ਦੀ ਰਹਿਮਤ ਭਰੀ ਨਜ਼ਰ ਹੋਈ, ਫਿਰ ਸਮਝ ਆਏਗੀ ਜਹ ਜਹ ਪੇਖੋ ਤੈ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਫਿਰ ਉਹ ਜਿੱਧਰ ਵੀ ਤੱਕਦਾ ਉਹਨੂੰ ਉਹ ਹਾਜ਼ਰ ਮਹਿਸੂਸ ਹੁੰਦਾ ਹੈ ਕਿ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਾ ਵਰਤਦਾ ਹੋਵੇ। ਪਰ ਕਿਹਨਾਂ ਲਈ? ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ। ਤਾਂ ਹੀ ਤੇ ਮਹਾਰਾਜ ਕਹਿੰਦੇ ਮਨਮੁਖ ਨੂੰ ਸਮਝ ਨਹੀਂ ਆਈ, ਉਹ ਦੂਰ ਸਮਝ ਕੇ ਹੋਰ ਹੋਰ ਘਾਲਣਾ ਘਾਲਦਾ ਰਿਹਾ, ਆਪਣੀ ਜ਼ਿੰਦਗੀ ਦਾ ਮੂਲ ਵੀ ਗਵਾ ਗਿਆ। ਪਰ ਗੁਰੂ ਦੇ ਰਾਹੀਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਨੂੰ ਸਮਝ ਆਈ ਤੇ ਉਹ ਜ਼ਿੰਦਗੀ ਦਾ ਲਾਹਾ ਲੈ ਗਏ। ਤਾਂ ਹੀ ਤੇ ਸਾਹਿਬ ਨੇ ਕਿਹਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਮਨਮੁਖ ਨੇ ਜ਼ਿੰਦਗੀ ਦਾ ਮੂਲ ਗਵਾਇਆ, ਖਟਿਆ ਕੁਝ ਨਹੀਂ। ਪਰ ਜਿਹੜੇ ਗੁਰਮੁਖ ਉਹਨਾਂ ਨੇ ਨਾਮ ਨੂੰ ਧਿਆ ਕੇ ਜ਼ਿੰਦਗੀ ਦਾ ਲਾਹਾ ਖੱਟ ਲਿਆ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ
ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ। ਹੇ ਮੇਰੀਏ ਪਿਆਰੀਏ ਜਿੰਦੇ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਗੁਰੂ ਦੇ ਰਾਹੀਂ ਜਨ ਬਣ ਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਉਹਨਾਂ ਲਈ ਹਰ ਜਿਹੜਾ ਹੈ ਉਹ ਹਰ ਥਾਂ ਤੇ ਹਾਜ਼ਰ ਹੈ, ਹਰ ਥਾਂ ਤੇ ਮੌਜੂਦ ਹੈ, ਜਿਨ੍ਹਾਂ ਦੇ ਉੱਤੇ ਉਸ ਮਾਲਕ ਦੀ ਨਜ਼ਰ ਹੁੰਦੀ ਹੈ। ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ, ਜੋ ਪ੍ਰਭ ਮੇਰੇ ਮਨ ਭਾਣੇ RAM। ਹੇ ਮੇਰੀਏ ਜਿੰਦੇ, ਜਿਹੜੇ ਮੇਰੇ ਰਾਮ ਦਾ ਅਰਥ ਹੈ ਰਮਿਆ ਹੋਇਆ ਪਰਮੇਸ਼ਵਰ, ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਜਿਸ ਰਾਮ ਨੂੰ ਧਰੂ ਤੇ ਪ੍ਰਹਲਾਦ ਨੇ ਸਿਮਰ ਕੇ ਉੱਚ ਅਵਸਥਾ ਨੂੰ ਪ੍ਰਾਪਤ ਕੀਤਾ। ਕਹਿੰਦੇ ਨੇ ਹੇ ਮੇਰੀਏ ਜਿੰਦੇ, ਜੇ ਉਸ ਮਾਲਕ ਵਾਹਿਗੁਰੂ ਜੀ ਨੂੰ ਜਿਹੜੇ ਭਾਣੇ ਦਾ ਅਰਥ ਹੈ ਭਾ ਗਏ, ਚੰਗੇ ਲੱਗੇ, ਜਿਹੜੇ ਉਸ ਮਾਲਕ ਨੂੰ ਭਾ ਗਏ, ਚੰਗੇ ਲੱਗੇ, ਸੇ ਭਗਤ ਸੇ ਸੇਵਕ। ਸੇ ਮਨੇ ਉਹ ਅਸਲ ਵਿੱਚ ਭਗਤ ਨੇ ਤੇ ਉਹ ਅਸਲ ਵਿੱਚ ਸੇਵਕ ਨੇ। ਧਿਆਨ ਦਿਓ, ਸੇਵਕ ਤਾਂ ਬਹੁਤ ਨੇ, ਪਰ ਸੇਵਕ ਉਹ ਹੁੰਦਾ ਜਿਹਦੇ ਵਿੱਚ ਹਉਮੈ ਨਾ ਹੋਵੇ, ਹੰਕਾਰ ਦੇ ਬੋਲ ਨਾ ਹੋਣ। ਭਗਤ ਤਾਂ ਬਹੁਤ ਨੇ ਦੁਨੀਆ ਵਿੱਚ ਅਖਾਉਣ ਵਾਲੇ, ਪਰ ਕਹਿੰਦੇ ਨੇ ਉਹ ਭਗਤ ਭਾ ਗਏ ਨੇ ਜਿਨ੍ਹਾਂ ਦੇ ਅੰਦਰ ਆ ਅਵਸਥਾ ਬਣ ਗਈ ਸੀ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਭਗਤ ਭਾ ਗਏ ਉਸ ਮਾਲਕ ਦੇ ਘਰ ਦੇ ਵਿੱਚ, ਜਿਨ੍ਹਾਂ ਆਖਿਆ ਕਬੀਰ ਕੂਕਰ RAM ਕੋ, ਮੁਤੀਆਂ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤੈ ਜਾਓ। ਮਹਾਰਾਜ ਕਹਿੰਦੇ ਜਿਹਦੇ ਅੰਦਰ ਭਰਮ ਨਾਸ਼ ਹੋ ਗਿਆ, ਜਿਹਦੇ ਅੰਦਰ ਗਿਆਨ ਆ ਗਿਆ ਤੇ ਜਿਹਨੇ ਮੋਹ ਮਾਇਆ ਦਾ ਤਿਆਗ ਕਰ ਦਿੱਤਾ, ਸੇ ਭਗਤ, ਉਹ ਜਿਨ੍ਹਾਂ ਅੰਦਰ ਭਗਤੀ ਦਾ ਜਾਗ ਲੱਗਾ, ਉਹ ਭਗਤ ਪ੍ਰਵਾਨ ਨੇ। 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ। ਤੇ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਆਉਣ ਵਾਲੇ ਸਮੇਂ 'ਚ ਆਪਾਂ ਸ਼ਹੀਦੀ ਦਿਹਾੜਾ ਭਾਵਨਾ ਤੇ ਸਤਿਕਾਰ ਦੇ ਨਾਲ ਜੁੜ ਕੇ ਮਨਾਉਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਆਏ ਹੋ ਤੁਸੀਂ। ਜਦੋਂ ਰਾਮਸਰ ਅਸਥਾਨ ਦੇ ਦੀਦਾਰ ਆਪਾਂ ਕਰਦੇ ਹਾਂ, ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕੋਲ ਬਿਠਾ ਕੇ ਤੇ ਮਹਾਰਾਜ ਜੀ ਜਦੋਂ ਇੱਕ ਬਾਣੀ ਦੀ ਇਕੱਤਰਤਾ ਕਰਦੇ ਆ, ਇਹਦੇ ਵਿੱਚ 15 ਭਗਤਾਂ ਦੀ ਬਾਣੀ ਨੂੰ ਸੁਭਾਏਮਾਨ ਕਰਦੇ ਆ, ਤਾਂ ਲਾਹੌਰ ਤੋਂ 4 ਭਗਤ ਚੱਲ ਕੇ ਆਉਂਦੇ ਨੇ। ਪਿੱਲੂ ਵਰਗੇ, ਕਾਨਾ ਵਰਗੇ, ਸ਼ਾਹ ਹੁਸੈਨ ਵਰਗੇ, ਛੱਜੂ ਵਰਗੇ, ਜਿਹੜੇ ਕਹਿੰਦੇ ਆ ਅਸੀਂ ਵੀ ਭਗਤ ਹੁੰਨੇ ਆ, ਪਰ ਜਿਹੜੇ ਭਗਤ ਹੁੰਦੇ ਆ ਉਹ ਤਾਂ ਕਹਿੰਦੇ ਹੀ ਨਹੀਂ ਅਸੀਂ ਭਗਤ ਹੁੰਨੇ ਆ। ਤੇ ਜਿਹੜਾ ਕਹਿ ਰਿਹਾ ਹੈ ਇਹਦਾ ਮਤਲਬ ਹਜੇ ਭਗਤੀ ਦਾ ਜਾਗ ਲੱਗਾ ਕੋਈ ਨਹੀਂ, ਕਿਉਂਕਿ ਅੰਦਰ ਹਜੇ ਹਉਮੈ ਨਾਲ ਭਰਿਆ ਪਿਆ ਹੈ। ਮਹਾਰਾਜ ਕਹਿੰਦੇ ਤੁਸੀਂ ਵੀ ਆਪਣੇ ਬੋਲ ਬੋਲੋ ਜੇ ਭਗਤ ਅਖਾਉਂਦੇ ਹੋ। ਪਰ ਜਦੋਂ ਉਹਨਾਂ ਆਖਿਆ ਮੈਂ ਉਹੀ ਰੇ, ਮੈਂ ਉਹੀ ਰੇ, ਮਹਾਰਾਜ ਨੇ ਕਿਹਾ ਰੁਕ ਜਾਓ, ਅੰਦਰ ਹਜੇ ਮੈਂ ਬੈਠੀ ਹੈ, ਤੇ ਜੇ ਮੈਂ ਬੈਠੀ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਬਿਰਾਜਮਾਨ ਹੋ ਸਕਦੇ। ਇੱਥੇ ਤਾਂ ਉਹ ਬਿਰਾਜਮਾਨ ਨੇ ਜਿਨ੍ਹਾਂ ਨੇ ਆਖਿਆ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਿਨ੍ਹਾਂ ਨੇ ਹੂੰ ਮਿਟਾ ਦਿੱਤੀ, ਉਹ ਭਗਤ ਪ੍ਰਵਾਨ ਹੋ ਗਏ ਮੇਰੇ ਮਾਲਕ ਦੇ ਘਰ ਵਿੱਚ। ਤੇ ਸੱਚ ਜਾਣਿਓ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇਹ ਸਭ ਤੋਂ ਵੱਡਾ ਕਾਰਨ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰੱਖ ਇੱਕ ਰਾਹ ਬਣਾ ਕੇ ਆਖਿਆ ਸੀ ਕਿ ਜੇ ਤੁਸੀਂ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣ ਲਈ ਆਏ ਹੋ ਤਾਂ ਫਿਰ ਵੱਖਰੇ ਵੱਖਰੇ ਵਖੇਵੇਂ ਪਾ ਕੇ ਨਹੀਂ, ਇੱਕ ਰਾਹ ਤੋਂ ਚੱਲ ਕੇ ਆਇਓ। ਜਦੋਂ ਇੱਕ ਰਾਹ ਤੋਂ ਮੈਂ ਨੂੰ ਮਿਟਾ ਕੇ ਆਓਗੇ ਤਾਂ ਸੱਚ ਜਾਣਿਓ, ਜਦੋਂ ਨਮਸਕਾਰ ਕਰੋਗੇ ਤੁਹਾਨੂੰ ਨਿਰੰਕਾਰ ਦਾ ਦੀਦਾਰ ਹੋ ਜਾਏਗਾ। ਪਰ ਕਦੋਂ? ਜਦੋਂ ਅੰਦਰ ਦੀ ਹਉਮੈ ਮਰ ਜਾਏਗੀ। ਇਹ ਘਰ ਉਹ ਹੈ ਜਿੱਥੇ ਨਿਮਰਤਾ ਵਿੱਚ ਆਉਣ ਲਈ ਸਿਖਾਇਆ ਜਾਂਦਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਾਉ ਆਓ ਹਮਾਰੇ ਪਾਸ। ਇਹ ਉਹ ਘਰ ਹੈ ਜਿੱਥੇ ਨਿਮਰਤਾ ਹੈ। ਔਰ 15 ਭਗਤ ਉਹ ਨੇ
ਜਿਨ੍ਹਾਂ ਨੂੰ ਦੁਨਿਆਵੀ ਮੰਦਰ ਵਿੱਚੋਂ ਜਦੋਂ ਕੱਢਿਆ ਤੇ ਮਹਾਰਾਜ ਕਹਿੰਦੇ ਹਰ ਮੰਦਰ ਵਿੱਚ ਲਿਆਉਣਾ ਹੈ, ਤੇ ਹਰ ਮੰਦਰ ਵਿੱਚ ਜਦੋਂ ਆ ਗਏ ਫਿਰ ਇੱਥੋਂ ਕੋਈ ਇਹਨਾਂ ਨੂੰ ਕੱਢ ਕੋਈ ਨਹੀਂ ਸਕਦਾ। ਕਬੀਰ ਸਾਹਿਬ ਦਾ ਜੀਵਨ ਤੁਸੀਂ ਪੜ੍ਹਿਆ ਸੁਣਿਆ, ਨਾਮਦੇਵ ਜੀ ਦਾ ਜੀਵਨ ਤੁਸੀਂ ਪੜ੍ਹਿਆ ਸੁਣਿਆ ਹੈ, ਕੀ ਕੁਝ ਨਹੀਂ ਉਹਨਾਂ ਨਾਲ ਸਮੇਂ ਦੇ ਪੁਜਾਰੀਆਂ ਨੇ ਕੀਤਾ, ਪਰ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ। ਕਿਉਂ? ਕਿਉਂਕਿ ਉਹ ਮਾਲਕ ਦੇ ਘਰ ਪ੍ਰਵਾਨ ਹੋਏ ਨੇ। ਸੇਵਕ ਦੀ ਗੱਲ ਕਰਾਂ ਤੇ ਮਹਾਰਾਜ ਕਹਿੰਦੇ ਸੇਵਾ ਕਰਕੇ ਜੇ ਕੋਈ ਹਉਮੈ ਦੀ ਬੋਲੀ ਬੋਲੇ ਉਹ ਵੀ ਪ੍ਰਵਾਨ ਨਹੀਂ ਜੇ ਹੁੰਦਾ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਹੇ ਮੇਰੀ ਜਿੰਦੜੀਏ ਸੇ ਭਗਤ ਸੇ ਸੇਵਕ, ਉਹ ਮਾਲਕ ਦੇ ਘਰ ਵਿੱਚ ਪ੍ਰਵਾਨ ਨੇ ਜਿਹੜੇ ਮੇਰੇ ਪ੍ਰਭੂ ਨੂੰ ਭਾ ਗਏ, ਜਿਹੜੇ ਮੇਰੇ ਪ੍ਰਭੂ ਨੂੰ ਚੰਗੇ ਲੱਗੇ। ਉਹ ਭਗਤ ਤੇ ਉਹ ਸੇਵਕ ਹੀ ਮਾਲਕ ਦੇ ਘਰ ਪ੍ਰਵਾਨ ਹੁੰਦੇ ਹਨ। ਸੇ ਹਰ ਦਰਗਹ ਪੈ ਨਾਇਆ ਮੇਰੀ ਜਿੰਦੜੀਏ, ਅਹਨਿਸ ਸਾਚ ਸਮਾਣੇ RAM। ਜਿਨ੍ਹਾਂ ਨੇ ਦਿਨ ਰਾਤ ਸੱਚ ਦੇ ਨਾਮ ਨੂੰ ਧਿਆ ਕੇ ਸੱਚ ਵਿੱਚ ਸਮਾ ਗਏ ਨੇ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸੇ ਉਹ ਦਰਗਾਹ ਦੇ ਵਿੱਚ ਮਾਲਕ ਦੀ, ਵਾਹਿਗੁਰੂ ਜੀ ਦੀ ਦਰਗਾਹ ਵਿੱਚ ਇੱਜ਼ਤ ਪਾਉਂਦੇ ਨੇ, ਮਾਣ ਪਾਉਂਦੇ ਨੇ। ਪਹਿਨਾਇਆ ਦਾ ਅਰਥ ਹੁੰਦਾ ਉਹਨਾਂ ਨੂੰ ਇੱਜ਼ਤ ਵਾਲਾ, ਮਾਣ ਵਾਲਾ, ਸਤਿਕਾਰ ਵਾਲਾ, ਪਿਆਰ ਵਾਲਾ ਸਿਰਪਾਓ ਉਹਨਾਂ ਨੂੰ ਪਾਇਆ ਜਾਂਦਾ ਹੈ। ਜਿਹੜੇ ਦਿਨ ਰਾਤ ਹਰ ਸਵਾਸ, ਹਰ ਪਲ, ਹਰ ਘੜੀ, ਹਰ ਸਮੇਂ ਸੱਚ ਵਿੱਚ ਹੀ ਸਮਾਏ ਰਹਿੰਦੇ ਨੇ, ਉਹਨਾਂ ਨੂੰ ਮਾਲਕ ਦੇ ਦਰ ਤੋਂ ਇੱਜ਼ਤ, ਪਿਆਰ, ਮਾਣ, ਸਤਿਕਾਰ ਦਾ ਸਿਰਪਾਓ ਪਹਿਨਾਇਆ ਜਾਂਦਾ ਹੈ। ਤਿਨ ਕੈ ਸੰਗ ਮਾਲੇ ਉਤਰੈ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨਿਸ਼ਾਨੇ RAM। ਉਹਨਾਂ ਦੀ ਸੰਗਤ ਕਰਕੇ ਜਿਹੜੇ ਭਗਤ ਪ੍ਰਵਾਨ ਹੋਏ, ਜਿਹੜੇ ਸੇਵਕ ਪ੍ਰਵਾਨ ਹੋਏ, ਜਿਹੜੇ ਦਿਨ ਰਾਤ ਸੱਚ ਦੇ ਵਿੱਚ ਸਮਾ ਗਏ, ਲੀਨ ਹੋ ਗਏ, ਮਹਾਰਾਜ ਕਹਿੰਦੇ ਉਹਨਾਂ ਦਾ ਸੰਗ ਕਰਕੇ ਜਿਹੜੀ ਵਿਕਾਰਾਂ ਦੀ, ਪਾਪ ਦੀ ਮੱਲ ਹੈ ਉਹ ਕੱਟੀ ਜਾਂਦੀ ਹੈ। ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਨਾਲ ਮੱਲ ਕੱਟੀ ਜਾਂਦੀ ਹੈ। ਕਿਹਨਾਂ ਦੇ? ਕਹਿੰਦੇ ਜਿਹੜੇ ਰੰਗ ਰਾਤੇ ਨਦਰ ਨਿਸ਼ਾਨੇ RAM। ਹੇ ਮੇਰੀਏ ਜਿੰਦੇ, ਤੂੰ ਇਹ ਮਨ ਨੂੰ ਕਹਿ ਮਨਾ, ਤੂੰ ਉਹਨਾਂ ਗੁਰਮੁਖਾਂ ਦੀ ਸੰਗਤ ਕਰ ਜਿਹੜੇ ਪਿਆਰ ਦੇ ਰੰਗ ਵਿੱਚ ਰੱਤੇ ਹੋਏ ਨੇ। ਧਿਆਨ ਰੱਖਿਓ, ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਘਰ ਆਉਂਦੇ ਆ ਨਾ, ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੰਗਾਂ 'ਚ ਤੂੰ ਰੰਗਿਆ ਨਾ, ਇਵੇਂ ਤੂੰ ਮਾਲਕ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਝੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਕਿਵੇਂ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ? ਫਿਰ ਪੁੱਛਿਆ ਮਹਾਰਾਜ ਕਰਨਾ ਕੀ ਪਏਗਾ? ਸਾਹਿਬ ਕਹਿੰਦੇ ਜਿਹੜੇ ਅੰਦਰੋਂ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਆ, ਤੂੰ ਉਹਨਾਂ ਦੀ ਸੰਗਤ ਕਰੇ ਤਾਂ ਉਸ ਮਾਲਕ ਦੀ ਬਖਸ਼ਿਸ਼ ਮਿਲੇਗੀ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾ। ਧਿਆਨ ਰੱਖਿਓ, ਉਹ ਪਿਆਰ ਵਾਲਿਆਂ ਦੇ ਕੋਲ ਹੁੰਦਾ, ਹੰਕਾਰ ਵਾਲਿਆਂ ਦੇ ਕੋਲ ਨਹੀਂ ਹੁੰਦਾ। ਜਿਨ੍ਹਾਂ ਨੂੰ ਅੰਦਰ ਹੰਕਾਰ ਦਾ ਰੰਗ ਚੜਿਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਕਿਉਂਕਿ ਨਾਮਦੇਵ ਜੀ ਪਿਆਰ ਰੰਗ ਵਿੱਚ ਰੰਗੇ ਹੋਏ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਹੈ ਮੇਰੀਏ ਜਿੰਦੇ ਤਿੰਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ। ਜਿਹੜੇ ਰੰਗ ਰਾਤੇ, ਜਿਹੜੇ ਉਸ ਪਿਆਰ ਦੇ ਰੰਗ ਵਿੱਚ ਰੱਤੇ ਨੇ, ਤੇ ਉਸ ਮਾਲਕ ਨੇ ਉਹਨਾਂ ਦੇ ਮਸਤਕ ਤੇ ਆਪਣੇ ਪਿਆਰ ਦਾ ਨਿਸ਼ਾਨ ਜਿਹੜਾ ਉਹ ਬਣਾ ਦਿੱਤਾ। ਉਹਨਾਂ ਦੀ ਸੰਗ ਕਰਕੇ ਵਿਕਾਰਾਂ ਦੀ, ਪਾਪ ਦੀ ਮੱਲ ਉਤਰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ RAM। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿੰਦੇ ਆ, ਆਓ ਆਪਾਂ ਰਲ ਕੇ ਬੇਨਤੀ ਕਰੀਏ, ਹੇ ਪ੍ਰਭੂ ਜੀ
ਬੇਨਤੀ ਹੈ ਆਪਣੀ ਜਿੰਦ ਨੂੰ ਨਾਲ ਕਹੀਏ ਵੀ ਗੁਰੂ ਰਾਮਦਾਸ ਜੀ ਵੀ ਕਹਿੰਦੇ ਆ ਨਾਨਕ ਕੀ ਪ੍ਰਭ ਬੇਨਤੀ। ਇਹਦਾ ਮਤਲਬ ਨਾਨਕ ਗੁਰੂ ਰਾਮਦਾਸ ਜੀ ਵੀ ਕਹਿੰਦੇ ਆ ਵੀ ਆਪਾਂ ਸਾਰੇ ਰਲ ਕੇ ਆਪਣੀ ਜਿੰਦ ਨੂੰ ਆਖੀਏ ਮੇਰੀ ਇਹ ਜਿੰਦੇ ਪ੍ਰਭੂ ਅੱਗੇ ਬੇਨਤੀ ਕਰ, ਤਾਂ ਕਿ ਮਿਲ ਸਾਧੂ ਸੰਗ ਅਗਾਣੇ ਰਾਮ, ਗੁਰਮੁਖਾਂ ਦਾ ਸੰਗ ਮਿਲ ਜਾਏ ਤੇ ਮਨ ਅੰਦਰ ਤ੍ਰਿਪਤ ਹੋ ਜਾਏ। ਅਗਾਣੇ ਦਾ ਅਰਥ ਹੁੰਦਾ ਤ੍ਰਿਪਤ ਹੋ ਜਾਣਾ, ਮਨ ਦੀ ਤ੍ਰਿਸ਼ਨਾ ਮੁੱਕ ਜਾਣੀ। ਇਹ ਮਨ ਅੰਦਰ ਕਿਤੇ ਰੱਜ ਜਾਏ। ਜਿਨ੍ਹਾਂ ਨੇ ਗੁਰੂ ਦੀ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਵਰ ਅੱਗੇ ਬੇਨਤੀ ਕੀਤੀ, ਉਹਨਾਂ ਉੱਪਰ ਕਿਰਪਾ ਹੋਈ ਤੇ ਉਹਨਾਂ ਦਾ ਮਨ ਅੰਦਰ ਰੱਜ ਜਾਂਦਾ ਹੈ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਦਰਸਨਾ ਜਾਏ RAM। ਹੁਣ ਕਰੀਏ ਕਿ ਮਨ ਅੰਦਰ ਸਬਰ ਆ ਜਾਏ, ਮਨ ਅੰਦਰ ਸੰਤੋਖ ਆ ਜਾਏ, ਮਨ ਅੰਦਰ ਜਿਹੜਾ ਤ੍ਰਿਪਤ ਹੋ ਜਾਏ, ਮਨ ਦੀ ਤ੍ਰਿਸ਼ਨਾ ਮੁੱਕ ਜਾਏ, ਕਿਉਂਕਿ ਇਹ ਤ੍ਰਿਸ਼ਨਾ ਘਟਦੀ ਨਹੀਂ ਵੱਧਦੀ ਹੈ। ਸਹਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਮਨ ਚੰਚਲ ਬਣ ਕੇ ਦੌੜੀ ਜਾਂਦਾ ਹੈ, ਇਹ ਟਿਕਾ ਵਿੱਚ ਕੋਈ ਨਹੀਂ ਆਉਂਦਾ, ਕਿਉਂਕਿ ਅੰਦਰ ਸਬਰ ਨਹੀਂ, ਮਨ ਨੂੰ ਸੰਤੁਸ਼ਟੀ ਕੋਈ ਨਹੀਂ ਮਿਲਦੀ। ਪਰ ਗੁਰੂ ਸਾਹਿਬ ਜੀ ਕਹਿੰਦੇ ਮੇਰੀ ਇਹ ਜਿੰਦੇ ਜੇ ਕਿਤੇ ਰਸਨਾ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਜਾਵੇ ਤਾਂ ਜਪਣ ਕਰਕੇ ਉਸ ਮਾਲਕ ਦੀ ਕਿਰਪਾ ਦੇ ਨਾਲ ਅੰਦਰ ਮਨ ਤ੍ਰਿਪਤ ਹੋ ਜਾਂਦਾ ਹੈ। ਇਹ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਇਹ ਮੇਰੀਆਂ ਜਿੰਦੇ ਤੂੰ ਰਸਨਾ ਦੇ ਰਾਹੀਂ ਗੋਬਿੰਦ ਨੂੰ ਜਪ। ਗੋਬਿੰਦ ਕੌਣ ਹੈ? ਸਿਰਜਣਹਾਰ, ਜੋ ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਇਹ ਪਰਮੇਸ਼ਵਰ ਦੇ ਨਾਮ ਨੇ। ਗੋਪਾਲ ਸਭਨਾਂ ਦੀ ਪਾਲਣਾ ਕਰਨ ਵਾਲਾ, ਗੋਬਿੰਦ ਜੋ ਸਾਰਿਆਂ ਦੀ ਸਿਰਜਣਾ ਕਰਕੇ ਸੰਭਾਲ ਕਰਨ ਵਾਲਾ ਹੈ। ਪਰ ਇਹ ਰਸਨਾ ਤਾਂ ਹੀ ਜਪੇਗੀ ਜੇ ਰੋਜ਼ ਉੱਠ ਕੇ ਇਸ ਰਸਨਾ ਨੂੰ ਕਵਾਂਗੇ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੇਰੀ ਪਿਆਸ ਜਾਣੀ ਕੋਈ ਨਹੀਂ, ਕਿਉਂਕਿ ਜਿਹੜੇ ਤੂੰ ਆ ਨਸ਼ਿਆਂ ਦੇ ਰਸ, ਨਿੰਦਾ ਚੁਗਲੀ ਦੇ ਰਸ ਲਾਈ ਬੈਠੀਆਂ, ਇਦਾਂ ਤ੍ਰਿਪਤੀ ਨਹੀਂ ਮਿਲਣੀ। ਕਦੋਂ ਮਿਲਣੀ ਆ? ਜਿਚਰ ਹਰ ਰਸ ਪੱਲੇ ਨਾ ਪਾਏ, ਜਦੋਂ ਤੱਕ ਹਰੀ ਦੇ ਨਾਮ ਦਾ ਰਸ ਨਹੀਂ ਪੱਲੇ ਪੈਂਦਾ। ਇਸ ਲਈ ਮੇਰੀ ਇਹ ਜਿੰਦੇ ਇਹ ਰਸਨਾ ਕਿਤੇ ਪਰਮੇਸ਼ਵਰ ਦਾ ਨਾਮ ਸਿਮਰੇ, ਤੇ ਨਾਮ ਸਿਮਰਨ ਦੇ ਨਾਲ ਜਦੋਂ ਇਹ ਜਪ ਹਰ ਹਰ ਹਰੀ ਦੇ ਨਾਮ ਨੂੰ ਜਪੇ, ਤ੍ਰਿਸ਼ਨਾ ਜਾਏ RAM, ਤਾਂ ਅੰਦਰੋਂ ਤ੍ਰਿਸ਼ਨਾ ਚਲੀ ਜਾਂਦੀ ਹੈ। ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੁੜੀਏ, ਤਿਸ ਮਨ ਨਾਮ ਵਸਾਏ RAM। ਹੁਣ ਸਾਡਾ ਕੰਮ ਹੈ ਰਸਨਾ ਦੇ ਰਾਹੀਂ ਪਰਮੇਸ਼ਵਰ ਨੂੰ ਜਪਣਾ। ਸਾਡਾ ਕੰਮ ਹੈ ਉਹਦੇ ਨਾਮ ਦਾ ਸਿਮਰਨ ਕਰਨਾ। ਤੇ ਮਾਲਕ ਜੀ ਫਿਰ ਆਪਣੀ ਦਇਆ ਕਰਦੇ ਆ। ਜਿਨ੍ਹਾਂ ਉੱਤੇ ਆਪਣੀ ਦਇਆ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ। ਇਸ ਲਈ ਮੇਰੀ ਇਹ ਜਿੰਦੇ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ, ਮੇਰੀ ਜਿੰਦੜੀਏ ਜਿਹਦੇ ਉੱਤੇ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਦਇਆ ਕਰਦੇ ਨੇ, ਤਿਸ ਮਨ ਨਾਮ ਵਸਾਏ RAM। ਆਪਣੇ ਤਰੀਕੇ ਨਾਲ ਨਹੀਂ ਜੇ ਵਸਣਾ। ਸਾਡਾ ਧਿਆਨ ਇਸ ਪਾਸੇ ਲੱਗਾ ਹੋਇਆ ਵੀ ਨਾਮ ਵਸ ਜਾਏ ਵਸ ਜਾਏ ਵਸ ਜਾਏ। ਧਿਆਨ ਤਾਂ ਉਸ ਪਾਸੇ ਰਹਿੰਦਾ ਹੈ, ਮਨ ਨਾਮ ਵੱਲ ਧਿਆਨ ਜਾਂਦਾ ਹੀ ਕੋਈ ਨਹੀਂ। ਅਸੀਂ ਨਾਮ ਜਪਣ ਵਾਲੇ ਪਾਸੇ ਤੁਰੀਏ। ਜਿਸ ਦਿਨ ਜਪਦਿਆਂ ਜਪਦਿਆਂ ਉਸ ਮਾਲਕ ਨੇ ਆਪਣੀ ਦਇਆ ਸਾਡੇ ਉੱਤੇ ਕਰ ਦਿੱਤੀ, ਜਿਹਦੇ ਉੱਤੇ ਕੀਤੀ ਤਿਸ ਮਨ ਨਾਮ ਵਸਾਏ RAM। ਉਹਦੇ ਮਨ ਵਿੱਚ ਇਹ ਨਾਮ ਵਸ ਜਾਂਦਾ ਹੈ। ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ, ਸੋ ਹਰ ਧਨ ਨਿਧ ਪਾਏ RAM। ਹੁਣ ਧਿਆਨ ਦੇ ਕੇ ਸਮਝੀਏ। ਪਹਿਲਾਂ ਗੁਰੂ ਰਾਮਦਾਸ ਜੀ ਨੇ ਕਿਹਾ ਹੇ ਰਸਨਾ ਜਪ ਗੋਬਿੰਦੋ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਵੀ ਜਿਹੜੇ ਜਪਦੇ ਆ ਉਹਨਾਂ ਉੱਤੇ ਉਹਦੀ ਦਇਆ ਹੁੰਦੀ ਹੈ। ਹੁਣ ਅਸੀਂ ਆਖਿਆ ਮਹਾਰਾਜ ਜੀ ਜਪਾਂਗੇ ਤਾਂ ਜੇ ਸਾਡੇ ਕੋਲ ਖਜ਼ਾਨਾ ਹੋਏਗਾ, ਜੇ ਅਸੀਂ ਜਪਾਂਗੇ ਤਾਂ ਜੇ ਸਾਡੇ ਕੋਲ ਨਾਮ ਦੀ ਬਖਸ਼ਿਸ਼ ਹੋਏਗੀ। ਹੁਣ ਨਾਮ ਦੀ ਬਖਸ਼ਿਸ਼ ਕਿੱਥੋਂ ਮਿਲਣੀ ਆ? ਤਾਂ ਸਾਹਿਬ ਜੀ ਕਹਿੰਦੇ ਨੇ ਜਿਸ
ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ। ਹੇ ਮੇਰੀਏ ਜਿੰਦੇ, ਜਿਹਨੇ ਪੂਰੇ ਸਤਿਗੁਰੂ ਦਾ ਮਿਲਾਪ ਹਾਸਲ ਕੀਤਾ। ਭੇਟੇ ਦਾ ਅਰਥ ਹੁੰਦਾ ਮਿਲਣਾ। ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਮਿਲਣਾ ਕੀਤਾ ਹੈ, ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ, ਹਰ ਧਨ ਨਿਧ ਪਾਏ RAM। ਉਹਨਾਂ ਨੇ ਫਿਰ ਹਰੀ ਦੇ ਨਾਮ ਦਾ ਖਜ਼ਾਨਾ ਧਨ ਦੇ ਰੂਪ ਦੇ ਵਿੱਚ ਪਾ ਲਿਆ। ਧਿਆਨ ਰੱਖਿਓ, ਮਨਮੁਖ ਕੱਚਾ ਧਨ ਇਕੱਠਾ ਕਰਕੇ ਹੀ ਕਹਿੰਦਾ ਖੁਸ਼ ਹੋਈ ਜਾਂਦਾ ਹੈ, ਪਰ ਉਹਨੂੰ ਇਹ ਨਹੀਂ ਨਾ ਪਤਾ ਇਹ ਕੱਚਾ ਧਨ ਇਹਦੀ ਮੱਤ ਨੂੰ ਵੀ ਮੈਲਾ ਕਰ ਦਿੰਦਾ ਹੈ ਤੇ ਨਾਲ ਕੋਈ ਨਹੀਂ ਜਾਂਦਾ। ਕਾਚਾ ਧਨ ਫੁੰਨ ਆਵੈ ਜਾਏ ਵਾਲੀ ਖੇਡ ਹੈ, ਪਰ ਜਿਹੜਾ ਸੱਚਾ ਧਨ ਹੈ ਉਹ ਤੁਹਾਨੂੰ ਅਧੂਰਿਆਂ ਕੋਲੋਂ ਨਹੀਂ ਜੇ ਮਿਲਣਾ। ਸੱਚਾ ਧਨ ਤੁਹਾਨੂੰ ਅਧੂਰੀਆਂ ਥਾਵਾਂ ਤੇ ਜਾ ਕੇ ਨਹੀਂ ਮਿਲਣਾ। ਸਾਚਾ ਧਨ ਗੁਰਮਤੀ ਪਾਏ, ਉਹ ਗੁਰੂ ਦੀ ਮੱਤ ਨਾਲ ਮਿਲਣਾ ਹੈ। ਤੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਦਾ ਮਿਲਾਪ ਹਾਸਲ ਕੀਤਾ, ਉਹਨਾਂ ਨੂੰ ਫਿਰ ਮੇਰੇ ਮਾਲਕ ਜੀ ਨੇ, ਸਤਿਗੁਰੂ ਨੇ ਹਰੀ ਦੇ ਨਾਮ ਦਾ ਖਜ਼ਾਨਾ ਦੇ ਦਿੱਤਾ ਹੈ। ਧਿਆਨ ਰੱਖਿਓ, ਕਿਹਨਾਂ ਨੂੰ ਦਿੱਤਾ? ਜਿਨ੍ਹਾਂ ਨੂੰ ਪਹਿਲਾਂ ਸਤਿਗੁਰੂ ਨੇ ਅੰਦਰ ਦੇ ਵਿਕਾਰ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਰਹਿਤ ਕਰ ਦਿੱਤਾ, ਉਹਨਾਂ ਨੂੰ ਫਿਰ ਨਾਮ ਦਾ ਧਨ ਪ੍ਰਾਪਤ ਹੁੰਦਾ ਹੈ। ਵਡਭਾਗੀ ਸੰਗਤ ਮਿਲੈ ਮੇਰੀ ਜਿੰਦੁੜੀਏ, ਨਾਨਕ ਹਰ ਗੁਣ ਗਾਏ RAM। ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ, ਉਹਨਾਂ ਨੂੰ ਹਰੀ ਦੇ ਨਾਮ ਦਾ ਖਜ਼ਾਨਾ ਮਿਲਿਆ। ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਮਿਲਿਆ ਉਹ ਵੱਡੇ ਭਾਗਾਂ ਵਾਲੇ ਸਨ, ਉਹਨਾਂ ਨੂੰ ਫਿਰ ਸੰਗਤ ਮਿਲ ਗਈ। ਤੇ ਜਿਨ੍ਹਾਂ ਨੂੰ ਸੰਗਤ ਮਿਲੀ, ਹੇ ਮੇਰੀਏ ਜਿੰਦੇ, ਉਹਨਾਂ ਨੇ ਹਰੀ ਦੇ ਗੁਣ ਗਾਏ ਨੇ। ਸੁਖਮਨੀ ਸਾਹਿਬ ਜੀ ਦਾ ਪਾਠ ਸਿੱਖ ਸੰਗਤਾਂ ਕਰਦੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਡਭਾਗੀ ਕਿਹਨੂੰ ਆਖਿਆ? ਇੱਥੇ ਵੀ ਕਈ ਕਹਿ ਦਿੰਦੇ ਆ ਸਾਡੇ ਭਾਗ ਕਿੱਥੇ ਜੀ, ਜਦੋਂ ਭਾਗ ਹੋਣਗੇ ਉਦੋਂ ਹੀ ਦਰਸ਼ਨ ਹੋਣੇ ਆ। ਨਹੀਂ, ਜੇ ਗੁਰੂ ਦੁਆਰੇ ਆਵਾਂਗੇ ਤਾਂ ਵਡਭਾਗੇ ਬਣਨਾ, ਜੇ ਆਵਾਂਗੇ ਹੀ ਨਹੀਂ ਤੇ ਘਰ ਬੈਠਿਆਂ ਵਡਭਾਗੇ ਨਹੀਂ ਜੇ ਬਣਿਆ ਜਾਣਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਹਨੂੰ ਨਾਮ ਧਨ ਦਿੱਤਾ ਉਹ ਗੁਰੂ ਕਾ ਸਿੱਖ ਵੱਡੇ ਭਾਗਾਂ ਵਾਲਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ, ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਮਿਲਣਾ ਕੀਤਾ, ਮੇਰੀ ਇਹ ਜਿੰਦੇ, ਉਹਨਾਂ ਨੂੰ ਹਰੀ ਦੇ ਨਾਮ ਦਾ ਧਨ ਮਿਲਿਆ। ਫਿਰ ਉਹਨਾਂ ਨੇ ਵੱਡੇ ਭਾਗਾਂ ਵਾਲਿਆਂ ਨੇ ਸੰਗਤ ਵਿੱਚ ਮਿਲ ਕੇ, ਮੇਰੀ ਜਿੰਦੜੀਏ, ਉਹਨਾਂ ਨੇ ਫਿਰ ਨਾਨਕ ਹਰ ਗੁਣ ਗਾਏ RAM। ਉਹਨਾਂ ਨੇ ਫਿਰ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਜੀ ਦੇ ਗੁਣ ਗਾਏ ਹਨ। ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੁੜੀਏ, ਪਾਰ ਬ੍ਰਹਮ ਪ੍ਰਭ ਦਾਤਾ RAM। ਹੁਣ ਜਿਨ੍ਹਾਂ ਨੇ ਗੁਣ ਗਾਏ ਉਹਨਾਂ ਦੇ ਪਰਦੇ ਖੁੱਲਦੇ ਗਏ। ਜਿਨ੍ਹਾਂ ਨੇ ਗੁਣ ਗਾਏ ਉਹਨਾਂ ਦੀ ਕੂੜ ਦੀ ਦੀਵਾਰ ਟੁੱਟਦੀ ਗਈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਉਹ ਜਿਹੜੇ ਕੂੜ ਦੇ ਪਰਦੇ ਸਨ ਕਹਿੰਦੇ ਉੱਠਦੇ ਗਏ, ਤੇ ਜਿਵੇਂ ਜਿਵੇਂ ਪਰਤਾਂ ਉਹ ਅੰਦਰੋਂ ਖੁੱਲਦੀਆਂ ਗਈਆਂ, ਸਮਝ ਆ ਗਈ ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ। ਜਿਹੜਾ ਹੁਣ ਮਨਮੁਖ ਤੋਂ ਦੂਰ ਸੀ, ਹੁਣ ਉਹ ਗੁਰਮੁਖ ਬਣ ਕੇ ਨਾਮ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਦੇ ਗੁਣ ਗਾ ਕੇ, ਇਹ ਮੇਰੀਏ ਜਿੰਦੇ, ਪਤਾ ਲੱਗਾ ਥਾਨ ਥਨੰਤਰ ਰਵ ਰਹਿਆ। ਉਹ ਸਭਨਾ ਥਾਵਾਂ ਦੇ ਉੱਪਰ ਵੀ ਔਰ ਸਭਨਾ ਥਾਵਾਂ ਦੇ ਵਿੱਚ ਵੀ। ਇਹ ਸਾਰਾ ਸੰਸਾਰ ਉਸ ਜਗਤ, ਇਹ ਜਗਤ ਉਹਦੀ ਕੋਠੜੀ ਹੈ, ਔਰ ਇਸ ਕੋਠੜੀ ਦੇ ਵਿੱਚ ਉਹ ਆਪ ਵਸਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਜਿਵੇਂ ਜਿਵੇਂ ਸਮਝ ਆਈ ਤਿਵੇਂ ਤਿਵੇਂ ਪਤਾ ਲੱਗਦਾ ਗਿਆ ਕਿ ਉਹ ਹਰ ਥਾਂ ਤੇ ਰਵਿਆ ਹੋਇਆ ਹੈ। ਮੇਰੀ ਇਹ ਜਿੰਦੇ, ਪਾਰ ਬ੍ਰਹਮ ਪ੍ਰਭ ਦਾਤਾ RAM। ਉਹ ਪਾਰ ਬ੍ਰਹਮ ਹੀ ਦਾਤਾ ਹੈ। ਜਿੰਨਾ ਚਿਰ ਕੂੜ ਦੀ ਦੀਵਾਰ ਬਣੀ ਸੀ, ਦਾਤਾ ਹੋਰ ਹੀ ਕੋਈ ਨਜ਼ਰ ਆਉਂਦਾ ਸੀ। ਉਦੋਂ ਕਿਸੇ ਹੋਰ ਅੱਗੇ ਹੀ ਹੱਥ ਜੋੜ ਕੇ ਮੰਗੀ ਜਾਂਦੇ ਸਾਂ, ਪਰ ਜਿੱਦਣ ਗੁਣ ਗਾਏ ਸੰਗਤ ਵਿੱਚ ਬੈਠ ਕੇ, ਪਤਾ ਲੱਗਾ ਵੀ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨ ਆਵਈ ਆਗਨਤ ਭਰੇ ਭੰਡਾਰ। ਜਿਵੇਂ ਗੁਣ ਗਾਏ ਪਤਾ ਲੱਗਾ ਜਗਤ ਭਿਖਾਰੀ ਫਿਰਤ ਹੈ,
ਸਭ ਕੋ ਦਾਤਾ ਰਾਮ। ਦਾਤਾ ਤੇ ਇੱਕੋ ਹੀ ਹੈ, ਰਮਿਆ ਹੋਇਆ ਪਰਮੇਸ਼ਵਰ। ਇਸ ਲਈ ਮੇਰੀ ਇਹ ਜਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੁਣ ਗਾਏ, ਉਹਨਾਂ ਨੂੰ ਸਮਝ ਆ ਗਈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਸਾਰੀ ਸੰਸਾਰ ਦਾ ਦਾਤਾ ਹੈ ਔਰ ਹਰ ਇੱਕ ਥਾਨ ਥਨੰਤਰ ਦੇ ਵਿੱਚ ਰਮਿਆ ਹੋਇਆ ਹੈ। ਤਾ ਕਾ ਅੰਤ ਨ ਪਾਈਐ ਮੇਰੀ ਜਿੰਦੁੜੀਏ, ਪੂਰਨ ਪੁਰਖ ਵਿਧਾਤਾ ਰਾਮ। ਹੁਣ ਜਿਵੇਂ ਜਿਵੇਂ ਗੁਣ ਗਾਉਂਦੇ ਜਾਵਾਂਗੇ ਤਿਵੇਂ ਤਿਵੇਂ ਸਮਝ ਆਉਂਦੀ ਜਾਏਗੀ। ਤਾਂ ਕਾ ਅੰਤ ਨ ਪਾਈਐ ਮੇਰੀ ਜਿੰਦੜੀਏ, ਇਹ ਸਕਦਾ। ਹਾਂ ਠੀਕ ਹੈ, ਕਈ ਆਪਣੀ ਮੱਤ ਨਾਲ ਉਹਦਾ ਅੰਤ ਪਾਉਣ ਤੁਰੇ ਜ਼ਰੂਰ ਨੇ, ਪਰ ਉਹ ਮੂਰਖ ਨੇ। ਮਹਾਰਾਜ ਕਹਿੰਦੇ ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਇਆ ਜਾਏ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਗਈਐ ਬਹੁਤਾ ਹੋਏ। ਅਸੀਂ ਤੇ ਕੁਦਰਤ ਦਾ ਅੰਤ ਨਹੀਂ ਪਾਇਆ, ਕਾਦਰ ਦਾ ਕਿੱਥੋਂ ਪਾ ਲਾਂਗੇ। ਇਸ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਮਝ ਆਈ ਮੇਰੀ ਇਹ ਜਿੰਦੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹ ਹਰ ਪੱਖ ਤੋਂ ਪੂਰਾ ਹੈ। ਉਹ ਵਿਧਾਤਾ ਹੈ, ਉਹ ਸਾਰੇ ਸੰਸਾਰ ਨੂੰ ਸਿਰਜਣ ਵਾਲਾ ਹੈ। ਉਹ ਅਕਾਲ ਪੁਰਖ ਜਿਹੜਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਜਗਤ ਦੁਨੀਆ ਦੇ ਬਣਨ ਤੋਂ ਪਹਿਲਾਂ ਵੀ ਉਹ ਪੂਰਾ ਹੈ, ਅੱਜ ਵੀ ਪੂਰਾ ਹੈ ਤੇ ਦੁਨੀਆ ਸਿਮਟ ਜਾਏਗੀ। ਉਹ ਪੂਰੇ ਦਾ ਪੂਰਾ ਹੈ, ਕਿਉਂਕਿ ਉਹ ਕਦੇ ਉਹ ਅਧੂਰਾ ਨਹੀਂ ਹੋਇਆ, ਜਿਹਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ। ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੁੜੀਏ, ਜਿਉ ਬਾਲਕ ਪਿਤ ਮਾਤਾ ਰਾਮ। ਇਹ ਮੇਰੀ ਇਹ ਜਿੰਦੇ, ਉਹ ਤੇ ਸਭਨਾ ਦਾ ਮਾਈ ਬਾਪ ਹੈ। ਉਹ ਸਾਰਿਆਂ ਨੂੰ ਇਸ ਤਰ੍ਹਾਂ ਪਾਲ ਰਿਹਾ ਜਿਵੇਂ ਦੁਨਿਆਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਪਾਲਦੇ ਆ, ਉਹ ਵੀ ਇਸੇ ਤਰ੍ਹਾਂ ਪਾਲ ਰਿਹਾ ਹੈ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਉਹ ਪਰਮੇਸ਼ਵਰ ਕੀ ਹੈ, ਉਹ ਸਾਰੇ ਜੀਆਂ ਨੂੰ ਪੈਦਾ ਵੀ ਕਰਦਾ ਹੈ ਤੇ ਸਾਰਿਆਂ ਨੂੰ ਪਾਲਣ ਵਾਲਾ ਵੀ ਉਹ ਹੈ। ਮੇਰੀ ਇਹ ਜਿੰਦੇ ਕਿਵੇਂ ਪਾਲਦਾ ਹੈ, ਜਿਉਂ ਬਾਲਕ ਪਿਤਾ ਮਾਤਾ ਰਾਮ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਪਾਲਦੇ ਨੇ, ਇਵੇਂ ਉਹ ਸਾਰਿਆਂ ਦਾ ਮਾਈ ਬਾਪ ਸਭਨਾਂ ਨੂੰ ਪਾਲਣ ਵਾਲਾ ਹੈ। ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੁੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ। ਛੱਕਾ ਇੱਕ। ਗੁਰੂ ਰਾਮਦਾਸ ਜੀ ਨੇ ਹੁਣ ਅਖੀਰ ਤੇ ਇੱਕ ਬੜੀ ਵੱਡੀ ਕਿਰਪਾ ਕਰਤੀ, ਧਿਆਨ ਲਾ ਕੇ ਸਮਝਿਓ। ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ਵਰ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਪਰਮੇਸ਼ਵਰ ਨੇ ਮਾਈ ਬਾਪ ਬਣ ਕੇ ਸਾਰਿਆਂ ਦੀ ਪਾਲਣਾ ਕੀਤੀ ਤੇ ਕਰਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸਹਿਸ ਸਿਆਣਪ ਨਹਿ ਮਿਲੀਏ ਮੇਰੀ ਜਿੰਦੜੀਏ। ਉਹ ਸਾਡੀ ਸਿਆਣਪ ਨਾਲ ਨਹੀਂ ਮਿਲਣਾ ਹੈ। ਜਨ ਨਾਨਕ ਗੁਰਮੁਖ ਜਾਤਾ ਰਾਮ, ਕਹਿੰਦੇ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਉਸ ਨੂੰ ਧਿਆਇਆ, ਉਹਨਾਂ ਨੇ ਹੀ ਜਾਤਾ ਉਹਨੂੰ ਜਾਣਿਆ ਹੈ। ਸਿਆਣਪ ਨਾਲ ਨਹੀਂ ਜਾਣਿਆ ਜਾ ਸਕਦਾ। ਜਪਜੀ ਸਾਹਿਬ ਦੇ ਪਾਠ ਵਿੱਚ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਹੀ ਇਹ ਗੱਲ ਸਮਝਾ ਦਿੱਤੀ ਕਿ ਆਪਣੀਆਂ ਮੱਤਾਂ ਆਪਣੀਆਂ ਸਿਆਣਪਾਂ ਛੱਡ ਕੇ ਤੁਸੀਂ ਗੁਰੂ ਦੀ ਮੱਤ ਲੈ ਕੇ ਤੁਰੋ, ਤਾਂ ਪਰਮੇਸ਼ਵਰ ਦੀ ਪ੍ਰਾਪਤੀ ਹੋਣੀ ਹੈ। ਨਹੀਂ ਤਾਂ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਸੰਸਾਰ ਤੋਂ ਨਿਰੰਕਾਰ ਵੱਲ ਨੂੰ ਚਲਦਿਆਂ ਇੱਕ ਕਦਮ ਵੀ ਤੁਹਾਡਾ ਸਿਆਣਪ ਨਾਲ ਨਹੀਂ ਤੁਰਿਆ ਜਾਣਾ। ਕੁਦਰਤ ਤੋਂ ਕਾਦਰ ਵੱਲ ਨੂੰ ਤੁਰਦਿਆਂ ਜੋ ਅਸੀਂ ਨਿਰੰਕਾਰ, ਅਸੀਂ ਅਸਲ ਵਿੱਚ ਸਫ਼ਰ ਕਰਨਾ ਹੀ ਨਿਰੰਕਾਰ ਵੱਲ ਦਾ ਸੀ। ਉਹ ਠੀਕ ਹੈ, ਮਨ ਭੁੱਲ ਗਿਆ ਤੇ ਕੁਰਾਏ ਪੈ ਗਿਆ, ਪਰ ਜਿਹੜਾ ਸਫ਼ਰ ਅਸੀਂ ਕਰਨਾ ਉੱਥੇ ਸਾਡੀ ਮੱਤ ਸਾਡੀ ਸਿਆਣਪ ਕੰਮ ਨਹੀਂ ਆਉਣੀ।
ਉੱਥੇ ਆ ਗੁਰੂ ਸਾਹਿਬ ਨੇ ਜੋ ਗੁਰਬਾਣੀ ਵਿੱਚ ਮੱਤ ਦਿੱਤੀ ਹੈ, ਇਹ ਗੱਲ ਸਾਡੀ ਸਮਝ ਵਿੱਚ ਆਏਗੀ। ਅੱਗੇ ਹੈ ਛੱਕਾ 1, ਇਹਦਾ ਮਤਲਬ ਹੈ ਗੁਰੂ ਰਾਮਦਾਸ ਜੀ ਦਾ ਬਿਹਾਗੜਾ ਰਾਬ ਵਿੱਚ ਜਿਹੜੇ ਸ਼ਬਦ ਨੇ ਉਹ 6 ਸ਼ਬਦ ਇੱਥੇ ਤੱਕ ਸੰਪੂਰਨ ਹੁੰਦੇ ਨੇ, ਤੇ ਇੱਕ ਛੱਕਾ ਜਿਹੜਾ ਇਹ ਬਣਦਾ ਹੈ, ਭਾਵ ਗੁਰੂ ਰਾਮਦਾਸ ਜੀ ਦੇ ਇਹ 4 ਪਦਿਆਂ ਦਾ ਜਿਹੜਾ ਸ਼ਬਦ, ਇਹ 6 ਸ਼ਬਦ ਇੱਥੇ ਸੁਭਾਏਮਾਨ ਨੇ। ਆਓ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਪਾਵਨ ਹੁਕਮ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਉੱਥੇ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਵੀ ਮਨ ਬਿਰਤੀਆਂ ਨੂੰ ਜੋੜੀਏ, ਜੋ ਅੱਜ ਦੇ ਅੰਮ੍ਰਿਤਮਈ ਬਚਨ 926 ਅੰਗ ਉੱਪਰ ਸੁਭਾਏਮਾਨ ਨੇ। ਗੁਰੂ ਸਾਹਿਬ ਕੀ ਕਿਰਪਾ ਕਰਦੇ ਆ, ਪਿਆਰ ਨਾਲ ਸਰਵਣ ਕਰੀਏ ਜੀ। ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਐ ਰਾਮ। ਇਹ ਰਾਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਸ ਦੇ 2 ਪਦਿਆਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। ਤੀਸਰੇ ਪਦੇ ਵਿੱਚ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਮਿਲ ਰਹੀ ਹੈ ਪ੍ਰਭ ਸਾਧ ਜਨਾ। ਤੁਸੀਂ ਜਿਹੜੇ ਗੁਰਮੁਖ ਜਨ ਨੇ, ਜਿਹੜੀਆਂ ਰੰਗ ਰਤੜੀਆਂ ਰੂਹਾਂ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨਾਲ ਮਿਲ ਕੇ ਰਹਿਆ ਕਰੋ। ਉਹਨਾਂ ਨਾਲ ਮਿਲ ਕੇ ਕੀ ਕਰੀਏ? ਕਹਿੰਦੇ ਹਰ ਕੀਰਤਨ ਸੁਣੀਐ ਰਾਮ। ਕੀਰਤਨ ਦਾ ਅਰਥ ਹੈ ਉਸ ਅਕਾਲ ਪੁਰਖ ਦੀ ਉਸਤਤ ਸੁਣਿਆ ਕਰੋ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਬੈਠ ਕੇ ਵਾਹਿਗੁਰੂ ਜੀ ਦੀ ਉਸਤਤ ਸੁਣਿਆ ਕਰੋ, ਕਿਉਂਕਿ ਇਹ ਕਲਯੁਗੀ ਸਮਾਂ ਹੈ, ਜਿੱਥੇ ਚਾਰੇ ਪਾਸੇ ਪਾਪ ਹੀ ਪਾਪ ਹੈ, ਬੁਰਾਈਆਂ ਹੀ ਬੁਰਾਈਆਂ ਨੇ, ਜਿੱਥੇ ਰਾਜੇ ਵੀ ਪਾਪ ਕਮਾਉਂਦੇ ਆ, ਜਿੱਥੇ ਕਹਿਣ ਲੱਗੇ ਸਮਾਜ ਦੇ ਅੰਦਰ ਜੇ ਆਪਾਂ ਵੇਖਾਂਗੇ ਰਾਜਨੀਤਿਕ ਸਮਾਜਿਕ ਧਾਰਮਿਕ ਤਲ ਤੇ ਜੇ ਪਰਮੇਸ਼ਵਰ ਦੀ ਉਸਤਤ ਨਹੀਂ ਤਾਂ ਉਹਨਾਂ ਦੇ ਮਨਾਂ ਉੱਤੇ ਕਲਯੁਗ ਦਾ ਪਹਿਰਾ ਨਜ਼ਰ ਆਉਂਦਾ ਹੈ। ਇਸ ਲਈ ਜੇ ਤੁਸੀਂ ਇਹਦੇ ਪ੍ਰਭਾਵ ਤੋਂ, ਬੁਰਾਈਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸਭ ਕਹਿੰਦੇ ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਐ ਰਾਮ। ਤੁਸੀਂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਮਿਲ ਕੇ ਰਹੋ ਤੇ ਫਿਰ ਮਿਲ ਕੇ ਪਰਮੇਸ਼ਵਰ ਦੇ ਨਾਮ ਦਾ ਕੀਰਤਨ ਸੁਣੋ। ਉਹ ਰੱਬੀ ਉਸਤਤ ਜਿਹੜੀ ਹੈ ਉਹ ਸੁਣਨਾ ਕਰੋ ਜੀ। ਦਇਆਲ ਪ੍ਰਭੂ ਦਾਮੋਦਰ ਮਾਧੂ, ਅੰਤ ਨਾ ਪਾਈਐ ਗੁਣੀਐ ਰਾਮ। ਕਿਹਦੇ ਨਾਮ ਦਾ ਕੀਰਤਨ ਸੁਣਨਾ, ਕਿਹਦੀ ਉਸਤਤ ਸੁਣਨੀ ਹੈ? ਜਿਹੜਾ ਦਇਆਲੂ, ਜਿਹੜਾ ਦਇਆ ਦੇ ਘਰ ਵਿੱਚ ਰਹਿਣ ਵਾਲਾ ਹੈ, ਜੋ ਪ੍ਰਭੂ ਸਾਰੀ ਦੁਨੀਆ ਦਾ ਮਾਲਕ ਹੈ, ਜਿਹੜਾ ਸਾਨੂੰ ਉਦਰ ਵਿੱਚ ਵੀ ਦਮ ਦੇ ਕੇ, ਸਵਾਸ ਦੇ ਕੇ ਸਾਨੂੰ ਆ ਦੁਨੀਆ ਦੇ ਵਿੱਚ ਭੇਜਦਾ ਹੈ, ਜਿਹਦਾ ਹੁਕਮ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਸ਼ੁਭ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜਦੋਂ ਸਮਝ ਆਏਗੀ ਤਾਂ ਇੱਕੋ ਹੀ ਬੋਲ ਮੁਖ ਤੋਂ ਨਿਕਲਣਗੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਕਹਿੰਦੇ ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਐ ਰਾਮ। ਕਿਉਂ? ਕਿਉਂਕਿ ਉਹ ਦਇਆਲੂ ਹੈ, ਉਹ ਸਾਰੀ ਦੁਨੀਆ ਦਾ ਮਾਲਕ ਹੈ, ਉਹ ਸਾਰੇ ਸੰਸਾਰ ਤੇ ਉਹਦਾ ਹੁਕਮ ਚੱਲਦਾ ਹੈ, ਜਿਹੜਾ ਮਾਤਾ ਦੇ ਉਦਰ ਵਿੱਚ ਵੀ ਦਮ ਦੇ ਕੇ ਸਾਡੀ ਪਾਲਣਾ ਕਰਦਾ ਹੈ, ਜਿਹਦੇ ਸ਼ੁਭ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਇਆਲ ਦੁਖ ਹਰ ਸਰਨ ਦਾਤਾ, ਸਗਲ ਦੁਖ ਨਿਵਾਰਣੋ। ਉਹ ਜਦੋਂ ਵਾਹਿਗੁਰੂ ਦੀ ਸ਼ਰਨ ਵਿੱਚ ਆਵਾਂਗੇ ਨਾ ਤਾਂ ਇੰਨੀ ਕੁ ਸ਼ਰਨ ਉਹਦੀ ਯੋਗ, ਇਸ ਯੋਗ ਹੈ ਕਿ ਉਹ ਹਰ ਇੱਕ ਉੱਤੇ ਆਪਣੀ ਦਇਆ ਵੀ ਕਰਦਾ ਹੈ ਔਰ ਦੁੱਖਾਂ ਨੂੰ ਹਰ ਲੈਣ ਵਾਲਾ ਵੀ ਹੈ। ਉਹ ਸਾਰਿਆਂ ਦੇ ਦੁੱਖ ਦੇ ਨਾਲ ਨਾਲ ਉਹਨਾਂ ਦੇ ਦੁੱਖ ਵੀ ਜਿਹੜੇ ਨੇ, ਦੋਖ, ਉਹ ਪਾਪ ਵੀ ਦੂਰ ਕਰਨ ਵਾਲਾ ਹੈ। ਮੋਹ ਸੋਗ ਵਿਕਾਰ ਵਿਖੜੇ, ਜਪਤ ਨਾਮ ਉਧਾਰਣੋ। ਜਿਹੜੇ ਉਹਦੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਅੰਦਰੋਂ ਮੋਹ ਦੀਆਂ ਤੰਦਾਂ ਟੁੱਟ ਜਾਂਦੀਆਂ ਨੇ, ਔਰ ਜਿਹੜੇ ਵਿਕਾਰ ਵਿਖੜੇ, ਔਖੇ ਵਿਕਾਰ ਨੇ,
ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਸਾਡੇ ਵੱਸ ਦੀ ਗੱਲ ਨਹੀਂ, ਪਰ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਉਹਨੂੰ ਜਪਾਂਗੇ, ਸਿਮਰਾਂਗੇ ਤੇ ਵਿਕਾਰਾਂ ਤੋਂ ਛੁਟਕਾਰਾ ਵੀ ਹੁੰਦਾ ਹੈ। ਸਭ ਜੀਅ ਤੇਰੇ ਪ੍ਰਭੂ ਮੇਰੇ, ਕਰ ਕਿਰਪਾ ਸਭ ਰੇਨ ਥੀਵਾ। ਐਸੇ ਮਾਲਕ ਜੀ ਅੱਗੇ ਅਰਦਾਸ ਕਰੋ ਕਿ ਸਭਨਾ ਜੀਆਂ ਦੇ ਦਾਤਾ ਵਾਹਿਗੁਰੂ ਜੀ, ਆ ਸਾਰੇ ਜੀ ਤੇਰੇ ਨੇ, ਤੂੰ ਮੇਰੇ ਉੱਪਰ ਆਪਣੀ ਕਿਰਪਾ ਕਰ। ਮੈਂ ਆ ਤੁਹਾਡੇ ਗੁਰਮੁਖਾਂ, ਆ ਜਿਹੜੇ ਸਾਧ ਜਨ ਨੇ, ਮੈਂ ਇਹਨਾਂ ਦੇ ਚਰਨਾਂ ਦੀ ਧੂੜ ਹੋ ਜਾਵਾਂ। ਰੋਜ਼ ਮੰਗਿਆ ਕਰੋ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਂ ਚਰਨਾਂ ਦੀ ਧੂੜ ਹੋ ਜਾਵਾਂ। ਬਿਨਵੰਤ ਨਾਨਕ ਪ੍ਰਭ ਮਇਆ ਕੀਜਾ, ਨਾਮ ਤੇਰਾ ਜਪ ਜੀਵਾ। ਗੁਰੂ ਸਾਹਿਬ ਜੀ ਦੇ ਰੂਪ ਵਿੱਚ ਬੇਨਤੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ, ਆਪਣੀ ਮਇਆ ਕਰੋ, ਕਿਰਪਾ ਕਰੋ, ਆਪਣਾ ਤਰਸ ਸਾਡੇ ਤੇ ਕਰੋ, ਤਾਂ ਕਿ ਅਸੀਂ ਤੁਹਾਡਾ ਨਾਮ ਦਿਨ ਰਾਤ ਜਪ ਕੇ ਜਿਉਂਦੇ ਰਹੀਏ। ਆਤਮਿਕ ਤਲ ਤੇ, ਇਨਸਾਨੀਅਤ ਤਲ ਤੇ, ਜ਼ਮੀਰ ਦੇ ਤਲ ਤੇ ਅਸੀਂ ਸਦਾ ਜਿਉਂਦੇ ਰਹੀਏ। ਸਾਡੇ ਤੇ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿਓ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਅੱਜ ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਜੋ ਹੁਕਮ ਬਖਸ਼ਿਆ ਤੇ ਇਸ ਅਸਥਾਨ ਤੇ ਬਿਠਾ ਕੇ ਮਹਾਰਾਜ ਨੇ ਆਪ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਵਾਈ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਮਿਹਰ ਦਾ ਹੱਥ ਰੱਖਣ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਗੁਰੂ ਰਾਮਦਾਸ ਮਹਾਰਾਜ ਜੀ ਤੇ ਪਿਆਰੀਆਂ ਸੰਗਤਾਂ ਦਾ। ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ, ਸਮੂਹ ਪ੍ਰਬੰਧਕ ਕਮੇਟੀ, ਜਿੰਨੇ ਵੀ ਮੇਰੇ ਸਿੰਘ ਸਾਹਿਬਾਨ, ਗ੍ਰੰਥੀ ਸਾਹਿਬਾਨ, ਸਭਨਾਂ ਦਾ ਕੋਟਾਨ ਕੋਟ ਧੰਨਵਾਦ। ਗੁਰੂ ਸਾਹਿਬ ਸਾਰਿਆਂ ਤੇ ਆਪਣਾ ਮਿਹਰ ਦਾ ਹੱਥ ਰੱਖਣ, ਤੁਹਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਵੀ ਜੁੜੋ ਤੇ ਹੋਰਾਂ ਨੂੰ ਵੀ ਜੋੜੋ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਹੋ ਜਾਏ। ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਈਏ ਜੀ। ਸਭ ਜੀਅ ਤੇਰੇ ਪ੍ਰਭੂ ਮੇਰੇ, ਕਰ ਕਿਰਪਾ ਸਭ ਰੇਨ ਥੀਵਾ। ਬਿਨਵੰਤ ਨਾਨਕ ਪ੍ਰਭ ਮਇਆ ਕੀਜਾ, ਨਾਮ ਤੇਰਾ ਜਪ ਜੀਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।